ਅੱਜ ਦਾ ਨੁਸਖਾ ਕੇਵਲ 10 ਮਿੰਟ ਵਿੱਚ ਤਿਆਰ ਹੋ ਜਾਵੇਗਾ, ਪਰ ਕਾਰਗਰ ਇੰਨਾ ਹੈ ਕਿ ਬੁਢਾਪੇ ਦੀ ਉਮਰ ਤੱਕ ਵੀ ਹੱਡੀਆਂ ਦੇ ਵਿੱਚ ਕਮਜ਼ੋਰੀ ਨਹੀਂ ਆਉਣ ਦੇਵੇਗਾ ਤੇ ਖੂਨ ਦੀ ਕਮੀ ਕੁਝ ਦਿਨਾਂ ਵਿੱਚ ਹੀ ਪੂਰੀ ਕਰ ਦੇਵੇਗਾ ਤੇ ਠੰਡ ਦੇ ਮੌਸਮ ਦੇ ਲਈ ਬਹੁਤ ਹੀ ਉੱਤਮ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਆਯੁਰਵੈਦਿਕ ਰਸੋਈ। ਅੱਜ ਅਸੀਂ ਆਪਣੀ ਰਸੋਈ ਦੇ ਵਿੱਚ ਇੱਕ ਬਹੁਤ ਹੀ ਖਾਸ ਪੰਜੀਰੀ ਬਣਾਉਣ ਦੀ ਤਿਆਰੀ ਕਰ ਰਹੇ ਹਾਂ। ਇਹ ਪੰਜੀਰੀ ਖਾਸ ਤੌਰ ਤੇ ਹੱਡੀਆਂ ਤੇ ਜੋੜਾਂ ਦੀ ਮਜ਼ਬੂਤੀ ਲਈ ਤੇ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਬਣਾਈ ਜਾ ਰਹੀ ਹੈ। ਇਸ ਰੈਸਿਪੀ ਨੂੰ ਬਣਾਉਣ ਦੇ ਲਈ ਅਸੀਂ ਸਮਾਨ ਕਾਫੀ ਲਿਆ ਹੈ, ਪਰ ਸਾਰਾ ਹੀ ਸਮਾਨ ਆਪਾਂ ਥੋੜਾ ਹੀ ਪਾਉਣਾ ਹੈ। ਆਓ ਵੇਖਦੇ ਹਾਂ ਕਿ ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਪਏਗੀ। ਅਸੀਂ 2 ਚਮਚ ਤਿਲ ਲੈ ਲਏ ਹਨ, 2 ਚਮਚ ਅਸੀਂ ਅਲਸੀ ਦੇ ਭਰ ਕੇ ਲਏ ਹਨ ਤੇ 10-12 ਦਾਣੇ ਕਾਜੂ ਦੇ, 10-12 ਦਾਣੇ ਬਦਾਮ ਦੇ ਤੇ 10-12 ਦਾਣੇ ਹੀ ਅਖਰੋਟ ਦੇ ਲਏ ਹਨ। ਹਰੇ ਮਗਜ਼ ਲਏ ਹਨ ਤੇ ਨਾਲ ਹੀ ਸੂਰਜਮੁਖੀ ਦਾ ਬੀਜ ਤੇ ਇਸ ਤੋਂ ਇਲਾਵਾ ਥੋੜਾ ਜਿਹਾ ਨਾਰੀਅਲ ਦਾ ਟੁਕੜਾ ਲਿਆ ਹੈ। ਵੈਸੇ ਤਾਂ ਸਰਦੀ ਦੇ ਮੌਸਮ ਹਿਸਾਬ ਲਗਭਗ ਸਾਰੇ ਹੀ ਡਰਾਈ ਫਰੂਟ ਲੈ ਲਏ ਹਨ। ਤੁਸੀਂ ਚਾਹੋ ਤਾਂ ਥੋੜੇ ਬਹੁਤ ਕੁਝ ਹੋਰ ਆਪਣੀ ਪਸੰਦ ਦੇ ਪਾ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਕੁਝ ਮਸਾਲੇ ਲੈ ਰਹੇ ਹਾਂ, ਜਿਵੇਂ ਕਿ ਅਸੀਂ ਹਲਦੀ ਲੈ ਰਹੇ ਹਾਂ, ਨਾਲ ਹੀ ਅਸੀਂ ਸੌਂਫ ਦਾ ਪਾਊਡਰ ਲੈ ਰਹੇ ਹਾਂ। ਇਹ ਹੈ ਧਨੀਆ ਪਾਊਡਰ, ਇਹ ਹੈ ਜੀਰੇ ਦਾ ਪਾਊਡਰ, ਇਹ ਹੈ ਅਜਵੈਨ ਤੇ 2 ਚਮਚ ਅਸੀਂ ਗੂੰਦ ਦੇ ਲਏ ਹਨ। ਨਾਰੀਅਲ ਨੂੰ ਅਸੀਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ। ਜਾਂ ਤਾਂ ਤੁਸੀਂ ਇਸ ਦੇ ਪਤਲੇ ਟੁਕੜੇ ਕੱਟ ਲਵੋ ਤੇ ਜਾਂ ਫਿਰ ਇਸ ਨੂੰ ਛੋਟੇ ਟੁਕੜਿਆਂ 'ਚ ਕੱਟ ਕੇ ਮਿਕਸਰ ਦੇ ਵਿੱਚ ਤੁਸੀਂ ਗ੍ਰਾਈਂਡ ਵੀ ਕਰ ਸਕਦੇ ਹੋ। ਨਾਰੀਅਲ ਸਰਦੀਆਂ ਦੇ ਵਿੱਚ ਖਾਣ ਲਈ ਬਹੁਤ ਹੀ ਚੰਗੀ ਚੀਜ਼ ਹੈ। ਸਾਨੂੰ ਪਤਾ ਹੈ ਕਿ ਨਾਰੀਅਲ ਦੇ ਵਿੱਚ ਤਾਕਤ ਬਹੁਤ ਹੁੰਦੀ ਹੈ। ਇਸ ਦੇ ਨਾਲ ਨਾਰੀਅਲ ਦੇ ਅੰਦਰ ਐਂਟੀ ਇਨਫਲੇਮੇਟਰੀ ਤੇ ਐਨਾਲਜੈਸਿਕ ਪ੍ਰੋਪਰਟੀਜ਼ ਹੁੰਦੀਆਂ ਹਨ, ਜਿਸ ਦੇ ਕਰਕੇ ਜੇ ਸਰੀਰ ਵਿੱਚ ਕਿਤੇ ਵੀ ਸੋਜਿਸ਼ ਹੈ ਜਾਂ ਦਰਦ ਹੈ, ਇਹ ਉਸ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਇਹ ਬਹੁਤ ਹੀ ਚੰਗਾ ਲੁਬਰੀਕੇਟਿੰਗ ਏਜੰਟ ਹੈ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਗਰੀਸ ਖਤਮ ਹੋ ਗਈ ਹੈ ਜੋੜਾਂ ਦੇ ਵਿੱਚ, ਤਾਂ ਇਹ ਉਹ ਗਰੀਸਿੰਗ ਕਰਨ ਦੇ ਲਈ ਬਹੁਤ ਵਧੀਆ ਐਕਸ਼ਨ ਕਰਦਾ ਹੈ। ਇਸੇ ਕਰਕੇ ਸਿਰ ਦਰਦ ਦੇ ਵਿੱਚ ਵੀ ਨਾਰੀਅਲ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ। ਜੋੜਾਂ ਦੇ ਦਰਦ ਦਾ ਇੱਕ ਵੱਡਾ ਕਾਰਨ ਕੈਲਸ਼ੀਅਮ ਦੀ ਕਮੀ ਹੋਣਾ ਤੇ ਹੱਡੀਆਂ ਦੀ ਕਮਜ਼ੋਰੀ ਵੀ ਹੁੰਦਾ ਹੈ ਤੇ ਇਹ ਉਸ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ। ਜਿੰਨੇ ਵੀ ਤਰ੍ਹਾਂ ਦੇ ਅਸੀਂ ਬੀਜ ਲਏ ਹਨ ਉਹਨਾਂ ਨੂੰ ਬਰੀਕ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈ, ਪਰ ਕਾਜੂ, ਬਦਾਮ, ਅਖਰੋਟ ਅਸੀਂ ਇਹਨਾਂ ਨੂੰ ਮੋਟਾ ਜਿਹਾ ਕੁੱਟ ਲਵਾਂਗੇ। ਜੇ ਤੁਹਾਡੇ ਤੋਂ ਮੋਟੇ ਕੁੱਟੇ ਹੋਏ ਨਾਰੀਅਲ ਜਾਂ ਬਦਾਮ, ਕਾਜੂ ਨਹੀਂ ਖਾਦੇ ਜਾਂਦੇ ਤਾਂ ਤੁਸੀਂ ਇਹਨਾਂ ਨੂੰ ਗ੍ਰਾਈਂਡ ਕਰਕੇ ਇਹਨਾਂ ਦਾ ਪਾਊਡਰ ਵੀ ਵਰਤ ਸਕਦੇ ਹੋ। ਤੇ ਜੇ ਤੁਹਾਨੂੰ ਇਸ ਤਰ੍ਹਾਂ ਕਰੰਚ ਪਸੰਦ ਹਨ ਤਾਂ ਤੁਸੀਂ ਇਸ ਤਰ੍ਹਾਂ ਮੋਟਾ ਜਿਹਾ ਵੀ ਇਹਨਾਂ ਨੂੰ ਕੁੱਟ ਸਕਦੇ ਹੋ। ਗਰਮੀ ਦੇ ਮੌਸਮ ਵਿੱਚ ਅਸੀਂ ਡਰਾਈ ਫਰੂਟਸ ਨੂੰ ਭਿਉਂ ਕੇ ਜ਼ਿਆਦਾ ਖਾਂਦੇ ਹਾਂ, ਪਰ ਸਰਦੀਆਂ ਦੇ ਮੌਸਮ ਦੇ ਵਿੱਚ ਅਸੀਂ ਇਹਨਾਂ ਨੂੰ ਭੇ ਕੇ ਨਹੀਂ ਖਾ ਸਕਦੇ। ਪਰ ਡਰਾਈ ਫਰੂਟਸ ਦੇ ਅੰਦਰ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। ਇਹਨਾਂ ਦੇ ਅੰਦਰ ਮੈਗਨੀਸ਼ੀਅਮ, ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਿਲਦਾ ਹੈ। ਪ੍ਰੋਟੀਨ ਵੀ ਸਾਨੂੰ ਚੰਗੀ ਮਾਤਰਾ ਵਿੱਚ ਮਿਲ ਜਾਂਦਾ ਹੈ। ਜੇ ਅਸੀਂ ਨਿਯਮਿਤ ਮਾਤਰਾ ਦੇ ਵਿੱਚ ਡਰਾਈ ਫਰੂਟ ਲੈਂਦੇ ਹਾਂ ਤਾਂ ਇਹ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦੇ ਹਨ। ਹੱਡੀਆਂ ਦੀ ਮਜ਼ਬੂਤੀ ਤੇ ਜੋੜਾਂ ਦੀ ਤਾਕਤ ਲਈ ਤੇ ਖੂਨ ਨੂੰ ਵਧਾਉਣ ਲਈ ਬਹੁਤ ਵਧੀਆ ਕੰਮ ਕਰਦੇ ਹਨ। ਰੋਗ ਪ੍ਰਤੀਰੋਧਕ ਸਮਰੱਥਾ ਦਾ ਘੱਟ ਹੋਣਾ ਤੇ ਜ਼ਰੂਰੀ ਨਿਊਟ੍ਰੀਐਂਟਸ ਦੀ ਕਮੀ ਹੋਣ ਕਰਕੇ ਹੀ ਜੋੜਾਂ ਦਾ ਦਰਦ ਤੇ ਸੋਜਿਸ਼ ਸ਼ੁਰੂ ਹੁੰਦੇ ਹਨ। ਕਈਆਂ ਦੇ ਜੋੜਾਂ ਦੇ ਵਿੱਚੋਂ ਕਟ ਦੀ ਆਵਾਜ਼ ਵੀ ਆਮ ਹੀ ਆਉਂਦੀ ਹੈ। ਅੱਜ ਦੀ ਰੈਸਿਪੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਰਾਹਤ ਦਿਵਾਏਗੀ। ਇਸ ਪੰਜੀਰੀ ਨੂੰ ਬਣਾਉਣ ਦੇ ਲਈ ਅਸੀਂ 2 ਚਮਚ ਘੀ ਦੇ ਲੈ ਲਵਾਂਗੇ। ਜਿਵੇਂ ਹੀ ਘੀ ਮੈਲਟ ਹੋਵੇਗਾ ਅਸੀਂ ਇਸ ਦੇ ਵਿੱਚ ਗੋਂਦ ਨੂੰ ਰੋਸਟ ਕਰ ਲਵਾਂਗੇ। ਗੋਂਦ ਨੂੰ ਘੀ ਦੇ ਵਿੱਚ ਖਿਲ ਕਰਕੇ ਹੀ ਖਾਧਾ ਜਾ ਸਕਦਾ ਹੈ। ਇਸ ਪੰਜੀਰੀ ਵਿੱਚ ਅਸੀਂ ਜਿੰਨੀਆਂ ਵੀ ਚੀਜ਼ਾਂ ਪਾ ਰਹੇ ਹਾਂ ਇਹ ਲਗਭਗ ਗਰਮ ਹਨ, ਇਸ ਕਰਕੇ 2 ਤੋਂ 3 ਚਮਚ ਘੀ ਜਿਹੜਾ ਹੈ ਉਹ ਸਾਨੂੰ ਇਸ ਦੇ ਨਾਲ ਲੈ ਲੈਣਾ ਚਾਹੀਦਾ ਹੈ, ਤਾਂ ਇਹ ਜ਼ਿਆਦਾ ਫਾਇਦਾ ਕਰੇਗੀ। ਇਹ ਗੋਂਦ ਵਾਲੀ ਮੇਵਿਆਂ ਤੇ ਮਸਾਲਿਆਂ ਵਾਲੀ ਪੰਜੀਰੀ ਹੈ, ਜਿਹੜੀ ਕਿ ਇਸ ਤਰੀਕੇ ਨਾਲ ਜੇ ਬਣਾਈ ਜਾਵੇ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਰਹੇਗੀ, ਕਿਉਂਕਿ ਅਸੀਂ ਸਾਰੇ ਹੀ ਮੇਵਿਆਂ ਨੂੰ ਘੀ ਦੇ ਵਿੱਚ ਰੋਸਟ ਕਰਾਂਗੇ ਤੇ ਨਾਲ ਹੀ ਮਸਾਲਿਆਂ ਦੀ ਵਰਤੋਂ ਕਰਾਂਗੇ, ਤਾਂ ਕਿ ਸਾਡੇ ਸਰੀਰ ਦੇ ਵਿੱਚ ਜੇ ਆਮ ਹੈ, ਅਨਪਚ ਹੈ, ਉਹ ਠੀਕ ਹੋ ਸਕੇ, ਸਾਡੀ ਅਗਨੀ ਜਿਹੜੀ ਹੈ ਉਹ ਵੀ ਤੰਦਰੁਸਤ ਹੋ ਸਕੇ ਤੇ ਅਸੀਂ ਮੇਵਿਆਂ ਨੂੰ ਆਸਾਨੀ ਦੇ ਨਾਲ ਪਚਾ ਸਕੀਏ। ਜੇ ਆਸਾਨੀ ਦੇ ਨਾਲ ਸਹੀ ਤਰੀਕੇ ਨਾਲ ਪਚਾ ਪਾਵਾਂਗੇ ਤਾਂ ਹੀ ਇਹ ਮੇਵੇ ਸਾਨੂੰ ਫਾਇਦਾ ਦੇਣਗੇ, ਨਹੀਂ ਤਾਂ ਇਹਨਾਂ ਨੂੰ ਖਾਣ ਦਾ ਸਾਨੂੰ ਕੋਈ ਫਾਇਦਾ
ਨਹੀਂ ਹੋਏਗਾ। ਹੱਡੀਆਂ ਦੀ ਮਜ਼ਬੂਤੀ ਦੇ ਲਈ ਗੋਂਦ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰਦੀ ਹੈ। ਇਸ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਕੈਲਸ਼ੀਅਮ ਸਾਨੂੰ ਮਿਲਦਾ ਹੈ ਤੇ ਦਰਦ ਨੂੰ ਵੀ ਚੁਣਨ ਦਾ ਕੰਮ ਕਰਦੀ ਹੈ, ਦਰਦ ਨੂੰ ਘਟਾਉਂਦੀ ਹੈ, ਸੋਜਿਸ਼ ਘਟਾਉਂਦੀ ਹੈ। ਹੁਣ ਅਸੀਂ ਇਸ ਦੇ ਅੰਦਰ ਜਿਹੜੇ ਮੇਵੇ ਅਸੀਂ ਕੁੱਟੇ ਸੀ, ਬਦਾਮ, ਕਾਜੂ ਤੇ ਅਖਰੋਟ, ਉਹ ਵੀ ਪਾ ਲਏ ਹਨ। ਇਹਨਾਂ ਨੂੰ ਅਸੀਂ ਰੋਸਟ ਕਰਨਾ ਹੈ। ਨਾਲ ਹੀ ਅਸੀਂ ਜਿੰਨੇ ਵੀ ਬੀਜ ਲਏ ਸੀ ਤੇ ਨਾਰੀਅਲ ਲਿਆ ਸੀ, ਇਸ ਨੂੰ ਵੀ ਅਸੀਂ ਰੋਸਟ ਕਰ ਲਵਾਂਗੇ। ਇਸ ਪੂਰੇ ਮਿਸ਼ਰਣ ਨੂੰ ਰੋਸਟ ਕਰਨ ਤੇ ਅਸੀਂ 8 ਤੋਂ 10 ਮਿੰਟ ਦਾ ਸਮਾਂ ਦੇਵਾਂਗੇ, ਕਿਉਂਕਿ 8 ਤੋਂ 10 ਮਿੰਟ ਰੋਸਟ ਕਰਨ ਦੇ ਨਾਲ ਇਸ ਦੇ ਅੰਦਰ ਬਹੁਤ ਹੀ ਜ਼ਿਆਦਾ ਸਵਾਦ ਵੀ ਆ ਜਾਏਗਾ ਤੇ ਇਹ ਵਧੀਆ ਤਰੀਕੇ ਨਾਲ ਭੁੰਨੇ ਜਾਣਗੇ। ਇਸ ਪੰਜੀਰੀ ਨੂੰ ਭੁੰਨਣ ਦੇ ਲਈ ਅਸੀਂ ਮੀਡੀਅਮ ਤੋਂ ਲੋ ਫਲੇਮ ਹੀ ਵਰਤਣਾ ਹੈ, ਕਿਉਂਕਿ ਜੇ ਅਸੀਂ ਤੇਜ਼ ਗੈਸ ਤੇ ਇਸ ਨੂੰ ਭੁੰਨਾਂਗੇ ਤਾਂ ਸਾਡੇ ਜਿਹੜੇ ਮੇਵੇ ਨੇ ਇਹ ਸੜ ਸਕਦੇ ਹਨ ਤੇ ਅੰਦਰੋਂ ਬਿਲਕੁਲ ਕੱਚੇ ਰਹਿ ਜਾਣਗੇ। ਜੇ ਅਸੀਂ ਬਿਲਕੁਲ ਲੋ ਫਲੇਮ ਤੇ ਭੁੰਨਾਂਗੇ ਤਾਂ ਇਹ ਜਿਸ ਤਰ੍ਹਾਂ ਮੂੰਗਫਲੀ ਰੋਸਟ ਹੁੰਦੀ ਹੈ ਜਾਂ ਜੇ ਤੁਸੀਂ ਚਾਕਲੇਟ ਵਾਲੇ ਬਦਾਮ ਕਦੀ ਖਾਦੇ ਹੋਣ ਤਾਂ ਉਹ ਅੰਦਰੋਂ ਰੋਸਟ ਕੀਤੇ ਹੋਏ ਹੁੰਦੇ ਹਨ, ਉਸ ਤਰ੍ਹਾਂ ਦੇ ਸਵਾਦ ਵਾਲੀ ਬਣ ਜਾਏਗੀ। ਜਿਸ ਤਰ੍ਹਾਂ ਅਸੀਂ ਨਾਰੀਅਲ ਤੇ ਗੋਂਦ ਬਾਰੇ ਗੱਲ ਕੀਤੀ, ਅਲਸੀ ਤੇ ਤਿਲ ਵੀ ਜੋੜਾਂ ਦੇ ਲਈ ਤੇ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਜ਼ਿਆਦਾ ਵਧੀਆ ਹਨ। ਦੋਨੋਂ ਹੀ ਤਾਸੀਰ ਵਿੱਚ ਗਰਮ ਹੁੰਦੇ ਹਨ। ਸਰਦੀ ਦਾ ਮੌਸਮ ਇਹਨਾਂ ਨੂੰ ਖਾਣ ਲਈ ਉੱਤਮ ਹੈ। ਇਹਨਾਂ ਦੇ ਵਿੱਚ ਵੀ ਸਾਨੂੰ ਭਰਪੂਰ ਮਾਤਰਾ ਦੇ ਵਿੱਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਮਿਲ ਜਾਂਦਾ ਹੈ ਤੇ ਨਾਲ ਹੀ ਨਾਲ ਇਹ ਸੋਜਿਸ਼ ਨੂੰ ਖਤਮ ਕਰਦੇ ਹਨ ਤੇ ਦਰਦ ਨੂੰ ਖਤਮ ਕਰਨ ਦਾ ਵੀ ਕੰਮ ਕਰਦੇ ਹਨ। ਅਖਰੋਟ ਦੇ ਵਿੱਚ ਵੀ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ, ਜਿਹੜਾ ਕਿ ਸੋਜਿਸ਼ ਤੇ ਦਰਦ ਲਈ ਚੰਗਾ ਹੈ। ਜਿੰਨੀਆਂ ਵੀ ਚੀਜ਼ਾਂ ਅਸੀਂ ਲਈਆਂ ਹਨ, ਸਾਰੀਆਂ ਹੀ ਕੈਲਸ਼ੀਅਮ, ਮੈਗਨੀਸ਼ੀਅਮ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ, ਆਇਰਨ ਤੇ ਪ੍ਰੋਟੀਨ ਨਾਲ ਭਰੀਆਂ ਹੋਈਆਂ ਹਨ, ਤਾਂ ਪੂਰੇ ਸਰੀਰ ਦੀ ਗਰੋਥ ਤੇ ਡਿਵੈਲਪਮੈਂਟ ਤੇ ਕੰਮ ਕਰਦੀਆਂ ਹਨ। ਸਰੀਰ ਦੇ ਵਿੱਚ ਕਮਜ਼ੋਰੀ, ਖੂਨ ਦੀ ਕਮੀ ਜਾਂ ਥਕਾਵਟ ਰਹਿੰਦੀ ਹੋਵੇ ਤਾਂ ਉਸ ਨੂੰ ਇਹ ਦੂਰ ਕਰਨ ਦਾ ਕੰਮ ਕਰ ਸਕਦੀਆਂ ਹਨ। ਪਰ ਇਹ ਸਾਰੀਆਂ ਚੀਜ਼ਾਂ ਤਾਸੀਰ ਵਿੱਚ ਗਰਮ ਹਨ। ਕੁਝ ਠੰਡੀਆਂ ਵੀ ਹਨ, ਜਿਸ ਤਰ੍ਹਾਂ ਕਿ ਮਗਜ਼ ਵੀ ਅਸੀਂ ਕੁਝ ਪਾਏ ਹਨ ਇਸ ਦੇ ਅੰਦਰ, ਪਰ ਗੋਂਦ ਵੀ ਪਾਈ ਹੈ, ਇਹ ਠੰਡੀ ਹੈ, ਪਰ ਜ਼ਿਆਦਾ ਚੀਜ਼ਾਂ ਗਰਮ ਹਨ। ਜਦੋਂ ਅਸੀਂ ਇਸ ਤਰ੍ਹਾਂ ਰਲਾ ਕੇ ਖਾ ਰਹੇ ਹਾਂ, ਘੀ ਦੇ ਵਿੱਚ ਰੋਸਟ ਕਰਕੇ ਖਾ ਰਹੇ ਹਾਂ, ਤਾਂ ਇਹਨਾਂ ਦੀ ਗਰਮੈਸ਼ ਕੁਝ ਹੱਦ ਤੱਕ ਖਤਮ ਹੋ ਜਾਂਦੀ ਹੈ। ਬਾਕੀ ਇਹ ਮਿਸ਼ਰਣ ਕੇਵਲ ਸਰਦੀ ਦੇ ਮੌਸਮ ਲਈ ਹੈ, ਕਿਉਂਕਿ ਹੁਣ ਠੰਡ ਹੈ ਤਾਂ ਠੰਡ ਦੇ ਮੌਸਮ ਵਿੱਚ ਅਸੀਂ ਇਸ ਨੂੰ ਖਾ ਸਕਦੇ ਹਾਂ ਤੇ ਫਾਇਦਾ ਲੈ ਸਕਦੇ ਹਾਂ। ਜਦੋਂ 7 ਤੋਂ 8 ਮਿੰਟ ਹੋ ਜਾਣ ਤਾਂ ਛੋਟਾ ਜਿਹਾ ਬਦਾਮ ਦਾ ਟੁਕੜਾ ਤੁਸੀਂ ਚੱਖ ਕੇ ਦੇਖ ਸਕਦੇ ਹੋ, ਜਿਸ ਤੋਂ ਇਹ ਪਤਾ ਚੱਲ ਜਾਏਗਾ ਕਿ ਇਹ ਚੰਗੀ ਤਰ੍ਹਾਂ ਭੁੰਨ ਗਿਆ ਹੈ ਜਾਂ ਨਹੀਂ। ਜੇ ਪੂਰੀ ਤਰ੍ਹਾਂ ਰੋਸਟ ਹੋ ਜਾਵੇ, ਜਿਸ ਤਰ੍ਹਾਂ ਮੂੰਗਫਲੀ ਭੁੰਨੀ ਹੋਈ ਦਾ ਸਵਾਦ ਆਉਂਦਾ ਹੈ ਜਾਂ ਬਦਾਮ ਰੋਸਟ ਕੀਤੇ ਹੋਣ ਦਾ ਸਵਾਦ ਆਉਂਦਾ ਹੈ, ਜੇ ਉਸ ਤਰ੍ਹਾਂ ਪੂਰੀ ਚੰਗੀ ਤਰ੍ਹਾਂ ਭੁੰਨ ਜਾਵੇ ਤਾਂ ਫਿਰ ਅਸੀਂ ਇਸ ਦੇ ਵਿੱਚ ਮਿੱਠਾ ਕਰਨ ਦੇ ਲਈ ਗੁੜ ਦੀ ਵਰਤੋਂ ਕਰਾਂਗੇ। ਸ਼ੂਗਰ ਦੇ ਰੋਗੀ ਕਿਸੇ ਵੀ ਤਰ੍ਹਾਂ ਦਾ ਮਿੱਠਾ ਇਸ ਦੇ ਵਿੱਚ ਨਾ ਪਾਉਣ, ਕਿਉਂਕਿ ਇਹ ਡਰਾਈ ਫਰੂਟਸ ਹਨ, ਘੀ ਵਿੱਚ ਭੁੰਨੇ ਹੋਏ ਹਨ ਤੇ ਇਹਨਾਂ ਨੂੰ ਮਿੱਠੇ ਦੀ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ। ਡਰਾਈ ਫਰੂਟ ਦੀ ਕੁੱਲ ਸਮੱਗਰੀ ਸਾਡੇ ਕੋਲ 250 ਗ੍ਰਾਮ ਯਾਨੀ ਕਿ 1 ਪਾਈਆ ਹੋਏਗੀ ਤੇ ਅਸੀਂ ਇਸ ਦੇ ਵਿੱਚ 100 ਗ੍ਰਾਮ ਕੁੱਟਿਆ ਹੋਇਆ ਗੁੜ ਪਾ ਦਿਆਂਗੇ। ਇੱਥੇ ਮੈਂ ਪੁਰਾਣੇ ਗੁੜ ਦੀ ਵਰਤੋਂ ਕਰ ਰਹੀ ਹਾਂ, ਇਸੇ ਕਰਕੇ ਇਸ ਦਾ ਰੰਗ ਗਾੜਾ ਭੂਰਾ ਹੈ। ਪੁਰਾਣਾ ਗੁੜ ਵਰਤੋਂ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ। ਅਸੀਂ ਅਕਸਰ ਪੁਰਾਣਾ ਗੁੜ ਖਾਣ ਦੇ ਵਿੱਚ ਨਹੀਂ ਵਰਤਦੇ, ਪਰ ਜਦੋਂ ਕਿ ਪੁਰਾਣਾ ਗੁੜ ਜ਼ਿਆਦਾ ਬਿਮਾਰੀਆਂ ਨੂੰ ਖਤਮ ਕਰਨ ਵਾਲਾ ਹੁੰਦਾ ਹੈ। ਤੇ ਗੁੜ ਵੀ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਕਿ ਸਰੀਰ ਨੂੰ ਤਾਕਤ ਦਿੰਦੀ ਹੈ, ਖੂਨ ਦੀ ਕਮੀ ਨੂੰ ਦੂਰ ਕਰਦੀ ਹੈ। ਤਾਂ ਇਸ ਕਰਕੇ ਗੁੜ ਦੇ ਨਾਲ ਇਸ ਮਿਸ਼ਰਣ ਨੂੰ ਤਿਆਰ ਕਰਨਾ ਬਹੁਤ ਹੀ ਇੱਕ ਵਧੀਆ ਕੰਬੀਨੇਸ਼ਨ ਹੋ ਜਾਂਦਾ ਹੈ। ਇਸ ਦੇ ਨਾਲ ਇਸ ਦਾ ਸਵਾਦ ਵੀ ਬਹੁਤ ਜ਼ਿਆਦਾ ਵੱਧ ਜਾਏਗਾ। ਗੁੜ ਦਾ ਜੇ ਕੋਈ ਮੋਟਾ ਟੁਕੜਾ ਹੈ, ਉਸ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਦਿਆਂਗੇ। ਤੁਸੀਂ ਗੁੜ ਨੂੰ ਪਿਘਲਾ ਕੇ ਉਸ ਦੇ ਅੰਦਰ ਵੀ ਡਰਾਈ ਫਰੂਟ ਪਾ ਸਕਦੇ ਹੋ ਜਾਂ ਇਸੇ ਤਰੀਕੇ ਨਾਲ ਗੁੜ ਨੂੰ ਕੁੱਟ ਕੇ ਡਰਾਈ ਫਰੂਟ ਦੇ ਵਿੱਚ ਪਾ ਸਕਦੇ ਹੋ। ਜਿੰਨੀ ਦੇਰ ਗੁੜ ਮੈਲਟ ਹੁੰਦਾ ਹੈ, ਅਸੀਂ ਗੈਸ ਨੂੰ ਬਿਲਕੁਲ ਹੀ ਸਲੋ ਰੱਖਣਾ ਹੈ ਤੇ ਕੜਛੀ ਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਤਾਂ ਕਿ ਗੁੜ ਦੀ ਕੋਟਿੰਗ ਸਾਰੇ ਮੇਵਿਆਂ ਦੇ ਉੱਪਰ ਇਕਸਾਰ ਬਰਾਬਰ ਹੋ ਜਾਵੇ। ਹੁਣ ਵੀ ਅਸੀਂ ਇਸ ਦੇ ਵਿੱਚ 1 ਤੋਂ 1.5 ਚਮਚ ਘੀ ਹੋਰ ਪਾ ਦਿਆਂਗੇ। ਇਹ ਬਿਲਕੁਲ ਆਪਸ਼ਨਲ ਹੈ, ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ, ਪਰ ਜੇ ਤੁਹਾਡੇ ਅੰਦਰ ਜ਼ਿਆਦਾ ਗਰਮੀ ਹੈ ਥੋੜੀ ਜਿਹੀ, ਤਾਂ ਤੁਸੀਂ ਸਰਦੀ ਵਿੱਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਖਾ ਪਾਓਗੇ, ਤਾਂ ਤੁਸੀਂ ਘੀ ਦੀ ਵਰਤੋਂ ਜ਼ਿਆਦਾ ਕਰੋ, ਕਿਉਂਕਿ ਘੀ ਤਾਸੀਰ ਵਿੱਚ ਠੰਡਾ ਹੁੰਦਾ ਹੈ। ਇਹ ਰੁੱਖੇਪਨ ਨੂੰ ਵੀ ਖਤਮ ਕਰਦਾ ਹੈ ਤੇ ਗਰਮੈਸ਼ ਨੂੰ ਵੀ ਖਤਮ ਕਰਦਾ ਹੈ। ਇਸ ਕਰਕੇ ਘੀ ਪਾ ਕੇ ਜੇ ਖਾਵਾਂਗੇ ਤਾਂ ਫਾਇਦਾ ਵੀ ਜ਼ਿਆਦਾ ਹੋਏਗਾ ਤੇ ਨਾਲ ਹੀ ਨਾਲ ਇਹ ਕਿਸੇ ਤਰ੍ਹਾਂ ਦੀ ਗਰਮੀ ਵੀ ਨਹੀਂ ਕਰੇਗਾ ਤੇ ਪਚਣ ਦੇ ਵਿੱਚ ਵੀ ਸੌਖਾ ਰਹੇਗਾ। ਸੁੱਕੇ ਮੇਵੇ ਕਬਜ਼ ਵੀ ਕਰ ਸਕਦੇ ਹਨ। ਘੀ ਦੇ ਨਾਲ ਜੇ ਅਸੀਂ ਮੇਵੇ ਖਾਂਦੇ ਹਾਂ ਤਾਂ ਇਹ ਕਿਸੇ ਤਰ੍ਹਾਂ ਦੀ ਕਬਜ਼ ਜਾਂ ਵਾਤ ਵੀ ਸਰੀਰ ਦੇ ਵਿੱਚ ਨਹੀਂ ਕਰਨਗੇ।
ਹੁਣ ਅਸੀਂ ਇਸ ਤੋਂ ਬਾਅਦ ਇਸ ਦੇ ਅੰਦਰ ਮਸਾਲੇ ਪਾਵਾਂਗੇ, ਕਿਉਂਕਿ ਮਸਾਲੇ ਜਿਹੜੇ ਨੇ ਇਹ ਵੀ ਸੋਜਿਸ਼ ਨੂੰ ਘੱਟ ਕਰਦੇ ਹਨ, ਅਗਨੀ ਨੂੰ ਠੀਕ ਕਰਦੇ ਹਨ। ਜਿਹੜਾ ਆਮ ਬਣ ਰਿਹਾ ਹੈ ਲਗਾਤਾਰ ਭੋਜਨ ਦੇ ਠੀਕ ਤਰ੍ਹਾਂ ਨਾ ਪਚਣ ਕਰਕੇ ਉਸ ਨੂੰ ਦੂਰ ਕਰਦੇ ਹਨ। ਇਸ ਕਰਕੇ ਅਸੀਂ 1 ਚਮਚ ਜੀਰਾ, 1 ਚਮਚ ਧਨੀਆ ਤੇ 1 ਚਮਚ ਹੀ ਅਸੀਂ ਸੌਂਫ ਦਾ ਪਾਊਡਰ ਪਾਣਾ ਹੈ। ਅਜਵੈਨ ਦਾ ਪਾਊਡਰ ਅਸੀਂ ਅੱਧਾ ਚਮਚ ਤੇ ਹਲਦੀ ਦਾ ਪਾਊਡਰ ਵੀ ਅੱਧਾ ਚਮਚ ਹੀ ਪਾਉਣਾ ਹੈ। ਇਹ ਦੋਨੋਂ ਚੀਜ਼ਾਂ ਘੱਟ ਪਾਉਣੀਆਂ ਹਨ, ਬਾਕੀ ਤਿੰਨੋਂ 1-1 ਚਮਚ ਪਾਉਣੀਆਂ ਹਨ। ਚੰਗੀ ਤਰ੍ਹਾਂ ਸਾਰੀ ਚੀਜ਼ਾਂ ਨੂੰ ਪੰਜੀਰੀ ਦੇ ਅੰਦਰ ਰਲਾ ਦਿਆਂਗੇ। ਇਹ ਮਸਾਲੇ ਵੀ ਦਰਦ ਨੂੰ ਵੀ ਠੀਕ ਕਰਦੇ ਹਨ, ਸੋਜਿਸ਼ ਨੂੰ ਠੀਕ ਕਰਦੇ ਹਨ, ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ। ਇਸ ਕਰਕੇ ਇੱਕ ਪੂਰੀ ਦਵਾਈ ਤਿਆਰ ਹੋ ਜਾਂਦੀ ਹੈ, ਜਿਹੜੀ ਕਿ ਜੋੜਾਂ ਦੇ ਦਰਦ ਲਈ, ਸੋਜਿਸ਼ ਲਈ, ਜੇ ਹੱਡੀਆਂ ਦੇ ਵਿੱਚ ਕਟਕਟ ਦੀ ਆਵਾਜ਼ ਆਉਂਦੀ ਹੈ ਜਾਂ ਸਿਰ ਦਰਦ ਹੁੰਦਾ ਹੈ, ਖੂਨ ਦੀ ਕਮੀ ਰਹਿੰਦੀ ਹੈ, ਕਮਜ਼ੋਰੀ ਜਾਂ ਥਕਾਨ ਮਹਿਸੂਸ ਹੁੰਦੀ ਹੈ, ਸਾਰੀਆਂ ਹੀ ਚੀਜ਼ਾਂ ਤੇ ਬਹੁਤ ਚੰਗਾ ਕੰਮ ਕਰੇਗੀ। ਜਿਹੜੀਆਂ ਭੈਣਾਂ ਨੂੰ ਮਾਹਵਾਰੀ ਖੁੱਲ ਕੇ ਨਹੀਂ ਆਉਂਦੀ, ਇਹ ਉਹਨਾਂ ਲਈ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਦਵਾਈ ਹੈ। ਜਿਨ੍ਹਾਂ ਨੂੰ ਪੀਰੀਅਡਸ ਦੇ ਦੌਰਾਨ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ, ਉਹਨਾਂ ਦੇ ਉੱਪਰ ਵੀ ਬਹੁਤ ਵਧੀਆ ਕੰਮ ਕਰੇਗੀ। ਜਿਹੜੇ ਮੇਵੇ ਨਹੀਂ ਖਾ ਸਕਦੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਮੇਵੇ ਉਹਨਾਂ ਨੂੰ ਕਿਸੇ ਤਰੀਕੇ ਨਹੀਂ ਪਚਦੇ, ਤਾਂ ਇਸ ਤਰ੍ਹਾਂ ਮਸਾਲਿਆਂ ਤੇ ਘੀ ਦੇ ਨਾਲ ਰੋਸਟ ਕਰਕੇ ਤੇ ਥੋੜਾ ਜਿਹਾ ਗੁੜ ਪਾ ਕੇ ਜੇ ਅਸੀਂ ਮੇਵਿਆਂ ਦੀ ਪੰਜੀਰੀ ਤਿਆਰ ਕਰ ਲੈਂਦੇ ਹਾਂ ਤਾਂ ਇਸ ਨੂੰ ਪਚਾਉਣਾ ਵੀ ਬਹੁਤ ਸੌਖਾ ਹੋ ਜਾਂਦਾ ਹੈ। ਹੁਣ ਇਸ ਪੰਜੀਰੀ ਨੂੰ ਜਦੋਂ ਇਸ ਤਰ੍ਹਾਂ ਹੋ ਜਾਏ, ਅਸੀਂ ਗੈਸ ਬੰਦ ਕਰ ਦੇਣੀ ਹੈ ਤੇ ਇਸ ਨੂੰ ਮੈਂ ਠੰਡਾ ਕਰ ਲਿਆ ਹੈ। ਠੰਡਾ ਕਰਨ ਦੇ ਲਈ 10 ਤੋਂ 12 ਮਿੰਟ ਦੇ ਲਈ ਅਸੀਂ ਰੱਖ ਦਿਆਂਗੇ। ਇਸ ਨੂੰ ਅਸੀਂ ਹੱਥ ਦੇ ਨਾਲ ਹੀ ਚੰਗੀ ਤਰ੍ਹਾਂ ਭੁਰਭੁਰਾ ਜਿਹਾ ਕਰ ਲਵਾਂਗੇ, ਕਿਉਂਕਿ ਵੈਸੇ ਤਾਂ ਗੁੜ ਇੰਨਾ ਚਿਪਕਿਆ ਹੀ ਨਹੀਂ ਹੈ, ਕਿਉਂਕਿ ਅਸੀਂ ਥੋੜਾ ਗੁੜ ਪਾਇਆ ਸੀ। ਪਰ ਜੇ ਥੋੜਾ ਉਹ ਚਿਪਕ ਵੀ ਗਿਆ ਹੈ ਤਾਂ ਅਸੀਂ ਹੱਥਾਂ ਦੇ ਨਾਲ ਇਸ ਤਰ੍ਹਾਂ ਭੋਰ ਕੇ ਇਸ ਨੂੰ ਪੰਜੀਰੀ ਦੀ ਤਰ੍ਹਾਂ ਇਕਸਾਰ ਜਿਹਾ ਕਰ ਲਵਾਂਗੇ। ਜੇ ਅਸੀਂ ਇਸ ਤੋਂ ਪਿੰਨੀ ਜਾਂ ਫਿਰ ਬਰਫੀ ਤਿਆਰ ਕਰਨੀ ਹੋਵੇ ਜਾਂ ਡਰਾਈ ਫਰੂਟ ਵਾਲਾ ਗੁੜ ਤਿਆਰ ਕਰਨਾ ਹੋਵੇ ਤਾਂ ਸਾਨੂੰ ਗੁੜ ਦੀ ਮਾਤਰਾ ਜ਼ਿਆਦਾ ਲੈਣੀ ਪਵੇਗੀ। ਪਰ ਕਈ ਵਾਰ ਅਸੀਂ ਮਿੱਠਾ ਜ਼ਿਆਦਾ ਨਹੀਂ ਖਾਣਾ ਚਾਹੁੰਦੇ ਹੁੰਦੇ, ਤਾਂ ਉਸ ਤਰ੍ਹਾਂ ਇਹ ਪੰਜੀਰੀ ਜ਼ਿਆਦਾ ਵਧੀਆ ਰਹਿੰਦੀ ਹੈ। ਇਸ ਤਰ੍ਹਾਂ ਦੀ ਬਰਫੀ ਜਾਂ ਗੁੜ ਦੀ ਰੈਸਿਪੀ ਅਸੀਂ ਅੱਗੇ ਫਿਰ ਕਦੀ ਸ਼ੇਅਰ ਕਰਾਂਗੇ, ਪਰ ਇਹ ਪੰਜੀਰੀ ਦੀ ਰੈਸਿਪੀ ਬਿਲਕੁਲ ਨਵੇਂ ਤਰੀਕੇ ਦੀ ਰੈਸਿਪੀ ਹੈ ਤੇ ਬਹੁਤ ਹੀ ਆਸਾਨੀ ਨਾਲ ਬਹੁਤ ਥੋੜੇ ਸਮੇਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਫਾਇਦੇਮੰਦ ਵੀ ਹੈ। ਅਸੀਂ ਸਰਦੀ ਦੇ ਵਿੱਚ ਗੱਚਕ ਜਾਂ ਰੇਬੜੀ, ਜਿਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਖੰਡ ਹੁੰਦੀ ਹੈ, ਬਹੁਤ ਮਿੱਠਾ ਹੁੰਦਾ ਹੈ, ਇਸ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਾਂ, ਜਿਹੜੀ ਕਿ ਬਹੁਤ ਹੀ ਫਾਇਦੇਮੰਦ ਨਹੀਂ ਹੁੰਦੀ। ਪਰ ਇਸ ਤਰ੍ਹਾਂ ਦੀ ਚੀਜ਼ ਜੇ ਤੁਸੀਂ ਤਿਆਰ ਕਰਦੇ ਹੋ ਤਾਂ ਇਹ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ। ਇਸ ਦੇ ਵਿੱਚ ਮਿੱਠਾ ਵੀ ਕੋਈ ਖਾਸ ਨਹੀਂ ਹੈ, ਖਾਣ ਦੇ ਵਿੱਚ ਇਹ ਬਹੁਤ ਸਵਾਦ ਬਣਦੀ ਹੈ। ਹੁਣ ਇਹ ਬਿਲਕੁਲ ਤਿਆਰ ਹੈ, ਅਸੀਂ ਇਸ ਨੂੰ ਸਰਵ ਕਰਦੇ ਹਾਂ। ਤੁਸੀਂ ਇਸ ਨੂੰ ਸਟੋਰ ਕਰਕੇ 에ਅਰ ਟਾਈਟ ਕੰਟੇਨਰ ਦੇ ਵਿੱਚ ਰੱਖ ਸਕਦੇ ਹੋ। ਇਹ ਪੂਰੀ ਸਰਦੀ ਭਰ ਖਰਾਬ ਨਹੀਂ ਹੋਏਗੀ। ਇਸ ਕਰਕੇ ਜੇ ਕੋਈ ਬੱਚੇ ਹੌਸਟਲ ਦੇ ਵਿੱਚ ਰਹਿੰਦੇ ਹਨ ਤੇ ਤੁਸੀਂ ਉਹਨਾਂ ਨੂੰ ਸਰਦੀ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਬਣਾ ਕੇ ਭੇਜ ਸਕਦੇ ਹੋ। ਜਿਹੜੇ ਲੋਕ ਜੌਬ ਕਰਦੇ ਹਨ ਉਹ ਇਹਨੂੰ ਇਕੱਠਾ ਬਣਾ ਕੇ ਰੱਖ ਸਕਦੇ ਹਨ ਤੇ ਪੂਰੀ ਸਰਦੀ ਇੰਜੋਏ ਕਰ ਸਕਦੇ ਹਨ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਆਟਾ ਠੀਕ ਤਰ੍ਹਾਂ ਪਚਦਾ ਹੀ ਨਹੀਂ, ਪਰ ਫਿਰ ਵੀ ਉਹਨਾਂ ਨੂੰ ਤਾਕਤ ਦੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ, ਤਾਂ ਇਸ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਆਟਾ ਨਹੀਂ ਪਾਇਆ। ਇਹ ਪੰਜੀਰੀ ਅਸੀਂ ਬਿਨਾਂ ਆਟੇ ਤੋਂ ਤਿਆਰ ਕੀਤੀ ਹੈ, ਇਸ ਕਰਕੇ ਇਸ ਨੂੰ ਬਣਾਉਣ ਤੇ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ। ਇਹ ਬਹੁਤ ਹੀ ਸੌਖੀ ਬਣ ਜਾਂਦੀ ਹੈ। ਦੂਸਰੀ ਗੱਲ ਇਹ ਹੈ ਕਿ ਆਟੇ ਵਾਲੀ ਪੰਜੀਰੀ ਭਾਰ ਵਧਾਉਣ ਦਾ ਕੰਮ ਕਰਦੀ ਹੈ। ਜਿਹੜੇ ਲੋਕ weight loss ਕਰਨਾ ਚਾਹੁੰਦੇ ਹਨ ਪਰ ਫਿਰ ਵੀ ਉਹਨਾਂ ਨੂੰ ਇਹ ਹੈ ਕਿ ਸਾਨੂੰ ਤਾਕਤ ਮਿਲਦੀ ਰਹੇ, ਸਾਡੇ ਜੁਆਇੰਟ ਜਿਹੜੇ ਨੇ ਉਹ ਮਜ਼ਬੂਤ ਰਹਿਣ, ਤਾਂ ਉਹਨਾਂ ਦੇ ਲਈ ਇਹ ਪੰਜੀਰੀ ਬਹੁਤ ਵਧੀਆ ਹੈ, ਕਿਉਂਕਿ ਇਹ ਤਾਕਤ ਤਾਂ ਦੇਵੇਗੀ ਪਰ ਭਾਰ ਨਹੀਂ ਵਧਾਏਗੀ। ਉਸ ਦਾ ਕਾਰਨ ਇਹ ਹੈ ਕਿ ਇਸ ਪੰਜੀਰੀ ਦੇ ਵਿੱਚ ਆਟਾ ਨਹੀਂ, ਕੇਵਲ ਮੇਵੇ ਹਨ। ਤਾਂ ਅਸੀਂ ਇਸ ਨੂੰ ਕੌਲੀ ਭਰ ਕੇ ਨਹੀਂ ਖਾਣਾ, ਸਗੋਂ ਸਿਰਫ 1 ਜਾਂ 2 ਚਮਚ ਸਾਡੇ ਲਈ ਬਹੁਤ ਹੈ। ਜਿਨ੍ਹਾਂ ਦੇ ਅੰਦਰ ਗਰਮੀ ਜ਼ਿਆਦਾ ਹੈ ਉਹ ਸਰਦੀ ਭਰ ਸਿਰਫ ਇਹਦਾ 1 ਚਮਚ ਲੈਣ ਤਾਂ ਇਹ ਤੁਹਾਡੀ ਕੈਲਸ਼ੀਅਮ ਦੀ ਪੂਰਤੀ ਕਰਕੇ ਰੱਖੇਗੀ, ਤੁਹਾਡੇ ਖੂਨ ਦੀ ਕਮੀ ਨੂੰ ਪੂਰਾ ਕਰੇਗੀ। ਪਰ ਜੇ ਤੁਹਾਡੇ ਅੰਦਰ ਗਰਮੈਸ਼ ਨਹੀਂ ਹੈ ਤਾਂ ਤੁਸੀਂ 2 ਚਮਚ ਇਸ ਪੰਜੀਰੀ ਦੇ ਲੈ ਸਕਦੇ ਹੋ, ਦੁੱਧ ਦੇ ਨਾਲ ਲੈ ਸਕਦੇ ਹੋ ਜਾਂ ਫਿਰ ਆਪਣੀ ਹਰਬਲ ਟੀ ਦੇ ਨਾਲ ਵੀ ਇਸ ਦੀ ਵਰਤੋਂ ਕਰ ਸਕਦੇ ਹੋ। ਜਾਂ ਫਿਰ ਕਿਸੇ ਸਮੇਂ ਤੁਹਾਨੂੰ ਭੁੱਖ ਲੱਗ ਜਾਂਦੀ ਹੈ ਤਾਂ ਐਜ਼ ਅ ਸਨੈਕ ਤੁਸੀਂ ਪੂਰੇ ਦਿਨ ਦੇ ਵਿੱਚ 2 ਚਮਚ ਲੈਣੀ ਹੈ। ਇਸ ਤੋਂ ਜ਼ਿਆਦਾ ਨਾ ਲਓ, ਕਿਉਂਕਿ ਇਸ ਤੋਂ ਜ਼ਿਆਦਾ ਲਓਗੇ ਤਾਂ ਤੁਹਾਨੂੰ ਪਚਣ ਦੇ ਵਿੱਚ ਇਹ ਦਿੱਕਤ ਕਰ ਸਕਦੀ ਹੈ। ਸਰਦੀ ਦੇ ਵਿੱਚ ਇਹ ਪੰਜੀਰੀ ਸਾਨੂੰ ਖੰਘ, ਜ਼ੁਕਾਮ ਤੇ ਵਾਇਰਲ ਬੁਖਾਰ ਤੋਂ ਵੀ ਬਚਾ ਕੇ ਰੱਖਦੀ ਹੈ। ਛੋਟੇ ਬੱਚੇ ਜਿਹੜੇ ਕਿ 5 ਸਾਲ ਤੋਂ ਉੱਪਰ ਦੇ ਹਨ ਤੇ ਬਜ਼ੁਰਗ, ਇਹਨਾਂ ਨੂੰ ਠੰਡ ਵੀ ਜ਼ਿਆਦਾ ਲੱਗਦੀ ਹੈ ਤਾਂ ਇਹਨਾਂ ਦੀ ਬਾਡੀ ਨੂੰ ਗਰਮ ਰੱਖਣ ਦਾ ਵੀ ਇਹ ਕੰਮ ਕਰਦੀ ਹੈ। ਬੱਚਿਆਂ ਨੂੰ ਵੀ ਅਸੀਂ ਅੱਧਾ ਤੋਂ 1 ਚਮਚ ਪੰਜੀਰੀ ਜਿਹੜੀ ਹੈ ਉਹ ਦੇ ਸਕਦੇ ਹਾਂ ਦਵਾਈ ਦੇ ਤੌਰ ਤੇ। ਇਸ ਪੰਜੀਰੀ ਨੂੰ
ਗਰਮ ਦੁੱਧ ਦੇ ਵਿੱਚ ਵੀ ਪਾ ਕੇ ਖਾਧਾ ਜਾ ਸਕਦਾ ਹੈ। ਜਿਸ ਤਰ੍ਹਾਂ ਅਸੀਂ ਦੁੱਧ ਦੇ ਵਿੱਚ 2 ਚਮਚ ਉਬਾਲ ਕੇ ਵੀ ਲੈ ਸਕਦੇ ਹਾਂ, ਜਾਂ ਫਿਰ ਗਰਮ ਦੁੱਧ ਲਓ ਤੇ ਉਸ ਦੇ ਵਿੱਚ 2 ਚਮਚ ਪੰਜੀਰੀ ਦੇ ਘੋਲ ਕੇ ਲੈ ਲਵੋ। ਦੁੱਧ ਦੇ ਨਾਲ ਲੈਣ ਨਾਲ ਇਹ ਬਿਲਕੁਲ ਵੀ ਗਰਮੈਸ਼ ਨਹੀਂ ਕਰਦੀ, ਕਿਉਂਕਿ ਦੁੱਧ ਵੀ ਠੰਡੀ ਤਾਸੀਰ ਦਾ ਹੁੰਦਾ ਹੈ ਤੇ ਗਰਮ ਚੀਜ਼ਾਂ ਨੂੰ ਪਚਾਉਣ ਦੇ ਲਈ ਦੁੱਧ ਦੀ ਵਰਤੋਂ ਬਹੁਤ ਵਧੀਆ ਅਨੁਪਾਨ ਦੇ ਤੌਰ ਤੇ ਰਹਿੰਦੀ ਹੈ। ਇਹ ਸੀ ਸਾਡਾ ਅੱਜ ਦਾ ਵੀਡੀਓ, ਜਿਹੜਾ ਕਿ ਸਰਦੀਆਂ ਦੇ ਲਈ ਖਾਸ ਸੀ। ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਮੈਂ ਫਿਰ ਮਿਲਾਂਗੀ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।